is Red FM and you are listening to a rebroadcasted program. Please check the full schedule on our website, redfm.ca. Chalant Mamle. Current affairs. Red FM ਸੁਣ ਰਹੇ ਸੀ 93.1 ਇਸ ਵੇਲੇ ਸਾਡੇ ਸਟੂਡੀਓਜ਼ ਦੀ ਘੜੀਆਂ ਤੇ 9:08 ਹੋਏ ਨੇ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਮਨੁੱਖੀ ਹੱਕਾਂ ਦੀ ਗੱਲਬਾਤ ਚੱਲੇਗੀ। ਆਪਰੇਸ਼ਨ ਬਲੂ ਸਟਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਜਿਹੜੇ ਇਸ਼ੂਜ਼ ਪੈਦਾ ਹੋਏ ਉਹਨਾਂ ਨਾਲ ਟੈਕਲ ਕਰਨ ਦੀ ਸਮਰੱਥਾ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਕੀ ਲੋਕਾਂ 'ਚ ਹੈ, ਕੀ ਵਜ੍ਹਾ ਹੋਈ ਕਿ ਇੱਕ ਤੋਂ ਇੱਕ ਬਾਅਦ ਗੱਲ ਸਿਰਫ ਜੇ ਇਸ ਗੋਲਡਨ ਟੈਂਪਲ ਤੱਕ ਜਾਂ ਬਲੂ ਸਟਾਰ ਆਪਰੇਸ਼ਨ ਤੱਕ ਸੀਮਤ ਹੁੰਦੀ ਸ਼ਾਇਦ ਇੰਨੀ ਨਿੰਦਿਆ ਜਾਂ ਨੁਕਤਾਚੀਨੀ ਸਰਕਾਰ ਦੀ ਨਾ ਹੁੰਦੀ। ਭਾਰਤ ਦੀ ਸਰਕਾਰ ਇੱਕ ਤੋਂ ਬਾਅਦ ਇੱਕ ਭਾਵੇਂ ਉਹ ਫਿਰ ਮੁਸਲਮਾਨ ਸਨ, ਕ੍ਰਿਸਚਨ ਸਨ, ਸਿੱਖ ਸਨ, ਮਾਈਨੋਰਿਟੀਜ਼ ਦੇ ਉੱਤੇ ਬਹੁਤ ਸਾਰੇ ਹਮਲੇ ਹੁੰਦੇ ਰਹੇ ਤੇ ਹੋ ਰਹੇ ਹਨ। ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਕੋਲ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਸਰਦਾਰ ਪ੍ਰੇਮ ਸਿੰਘ ਵਿਨਿੰਗ ਅਤੇ ਹਿਊਮਨ ਰਾਈਟਸ ਦੇ ਮਦਈ ਕੋਲਿਨ ਗੰਜ਼ਾਲਸ ਆਏ ਹੋਏ ਨੇ। ਕੋਲਿਨ ਗੰਜ਼ਾਲਸ ਉਹਨਾਂ ਨੇ ਇੱਕ WHO ਦੇ ਪਾਰਲੀਮੈਂਟ ਚ ਆਟਵਾ ਚ ਹੋਏ ਡਿਨਰ ਦੇ ਵਿੱਚ ਜੋ ਭਾਸ਼ਣ ਦਿੱਤਾ ਸੀ ਉਹ ਬੜਾ ਰਿਮਾਰਕੇਬਲ ਸੀ। ਉਸ ਦੇ ਮੁਤਲਕ ਅਸੀਂ ਕੁਝ ਗੱਲਾਂ ਉਹਨਾਂ ਨਾਲ ਕਰਨੀਆਂ ਚਾਹੁੰਦੇ ਹਾਂ। ਅੱਜ ਉਹ ਸਾਡੇ ਨਾਲ ਅਗਲੇ ਹਿੱਸੇ ਚ ਗੱਲਬਾਤ ਕਰਨਗੇ। ਸਰ ਵਿਨਿੰਗ ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿ ਖਾਲਸਾ ਵਾਹਿ ਫਤਿਹ ਸਾਹਿਬ ਜੀ, ਤੁਹਾਨੂੰ ਤੇ ਤੁਹਾਨੂੰ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਰ ਸਾਲ ਤੁਸੀਂ ਇਹ ਸਮਾਗਮ ਕਰਦੇ ਹੋ, ਐਤਕੀ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਲੂ ਸਟਾਰ ਆਪਰੇਸ਼ਨ ਦਾ ਦਰਦ ਸਿੱਖਾਂ ਦੇ ਮਨ 'ਚ ਹਮੇਸ਼ਾ ਰਹਿੰਦਾ, ਤੁਸੀਂ ਇਸ ਸਮਾਗਮ ਦੇ ਵਿੱਚ ਹਿਊਮਨ ਰਾਈਟਸ ਦੀ ਗੱਲਬਾਤ ਚੱਲੀ, ਉੱਥੇ ਕੀ ਹੋਇਆ? ਤੇ ਸਾਹਿਬ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਪਿਛਲੇ 27 ਸਾਲਾਂ ਦੇ ਹੋ ਗਏ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਐਨੂਅਲ ਪਾਰਲੀਮੈਂਟਰੀ ਡਿਨਰ ਕਰਦੇ ਤੇ ਹਿਊਮਨ ਰਾਈਟਸ ਇਸ਼ੂਜ਼ ਤੇ ਆਪਾਂ ਗੱਲ ਕਰਦੇ ਨੇ। ਉੱਥੇ ਅਸੀਂ ਕੋਸ਼ਿਸ਼ ਕਰੀਦੀ ਆ ਬਈ ਉਹ ਬੁਲਾਰੇ ਲਿਆਈਏ ਜਿਹੜੇ ਉੱਥੇ ਪਾਰਲੀਮੈਂਟੇਰੀਅਨਸ ਨੂੰ ਤੇ ਜਨਰਲ ਪਬਲਿਕ ਨੂੰ ਅਵੇਅਰ ਕਰ ਸਕਣ ਇੰਡੀਆ ਵਿੱਚ ਹੁਣ ਕੀ ਹੋ ਰਿਹਾ, ਅੱਗੇ ਕੀ ਹੋਇਆ ਤੇ ਗਾਂ ਆਪਾਂ ਕੀ ਕਰ ਸਕਦੇ ਹੈਗੇ ਆ। ਉਹ ਅਕਰਾਸ ਕੰਟਰੀ ਆਪਾਂ ਡਿਨਰਸ ਕਰਦੇ ਨੇ। 1 ਜੂਨ ਨੂੰ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ, ਫਿਰ 4 ਜੂਨ ਨੂੰ ਕੀਤਾ ਸੀ ਟੋਰਾਂਟੋ 'ਚ, 8 ਨੂੰ ਕੀਤਾ ਸੀਗਾ ਐਡਮਿੰਟਨ, ਹੁਣ 12 ਤਰੀਕ ਨੂੰ ਆਪਾਂ ਕਰਾਂਗੇ ਇੱਥੇ ਪੰਜਾਬ ਬੈਂਕੁਏਟ ਹਾਲ ਐਤਵਾਰ ਨੂੰ 6:30 ਸਰੀ ਦੇ ਵਿੱਚ। ਉੱਥੇ ਜੀ ਕੋਲਿਨ ਸਾਹਿਬ ਨੇ, ਮੈਂ ਚਾਹਾਂਗਾ ਵੀ ਅੱਜ ਤੁਹਾਡਾ ਖੁੱਲੇ ਵਿਚਾਰ ਕਰ ਲੈਣ। ਕੋਲਿਨ ਸਾਹਿਬ ਨੇ ਆਪਣੇ ਵਿਚਾਰ ਦੱਸੇ ਵੀ ਉੱਥੇ ਦੀ ਕੀ ਹਾਲਾਤ ਨੇ, ਇਸ ਵੇਲੇ ਕੀ ਹੋ ਰਿਹਾ ਹੈਗਾ, ਵੀ ਕਿਉਂ ਇਹ ਚੀਜ਼ਾਂ ਮੁੜ ਕੇ ਕਿਉਂ ਹੁੰਦੀਆਂ। ਉਹਦਾ ਰਿਜ਼ਲਟ ਇਹ ਨਿਕਲਿਆ ਸੀ ਬਿਕਾਜ਼ ਜੇ 84 ਦੇ ਸਾਕੇ ਦੇ ਵਿੱਚ ਉੱਥੇ ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ ਤੇ ਜੋ ਵਾਰਦਾਤਾਂ ਬੰਬੇ ਵਿੱਚ ਹੋਈਆਂ, ਗੁਜਰਾਤ ਵਿੱਚ ਹੋਈਆਂ ਤੇ ਹੋਰ ਕ੍ਰਿਸਚੀਅਨਸ ਨਾਲ ਹੋਈਆਂ, ਉਹ ਨਹੀਂ ਸੀ ਹੋਣੀਆਂ। ਉਹ ਤੋਂ ਇਹ ਫੀਲ ਕਰਦੇ ਨੇ ਗੌਰਮੈਂਟਾਂ ਨੂੰ, ਜਿਹੜੀ ਪੁਲਿਸ ਫੋਰਸ ਹੈਗੀ ਆ ਉਹਨਾਂ ਨੂੰ ਇਹ ਖੁੱਲ੍ਹ ਮਿਲ ਗਈ ਵੀ ਅਸੀਂ ਵਾਕਈ ਜੋ ਮਰਜ਼ੀ ਕਰ ਲਈਏ, ਸਾਡੇ ਤੇ ਕੋਈ ਕੇਸ ਨਹੀਂ ਚੱਲੇਗਾ, ਸਾਨੂੰ ਹਰੇਕ ਚੀਜ਼ ਸਾਡੀ ਮਾਫ ਹੋ ਜਾਏਗੀ। ਆਪਣਾ ਸਭ ਤੋਂ ਵੱਡਾ ਐਗਜ਼ਾਮਪਲ ਖਾਲਸਾ ਸਾਹਿਬ ਦਾ ਸੀਗਾ। ਸਾਡੇ ਇੱਕ ਸ਼ਹੀਦ ਨੇ ਖਾਲਸਾ ਸਾਹਿਬ, ਤੇ ਉਹਨਾਂ ਨੇ ਜੋ ਪਤਾ ਸਤਾ ਕੀਤਾ ਸੀ, ਜੋ ਲਾਸ਼ਾਂ ਜਿਹੜੀਆਂ ਇਹਨਾਂ ਨੇ ਬੱਚਿਆਂ, ਬੀਬੀਆਂ, ਬਜ਼ੁਰਗਾਂ ਦੀਆਂ ਮਾਰੀਆਂ ਤੇ ਉਹਨਾਂ ਦਾ ਕੋਈ ਲਾਵਾਰਸ ਨਹੀਂ ਸੀਗਾ, ਉਹਨਾਂ ਨੇ ਉਹ ਲਿਸਟ ਇਕੱਠੀ ਕਰਕੇ ਉੱਥੇ ਨਹੀਂ ਐਲਾਨ ਕੀਤਾ। ਉਹਨੇ ਬਾਹਰ ਆ ਕੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਉੱਥੇ ਐਲਾਨ ਕੀਤਾ ਵੀ ਇੰਡੀਆ ਦੀ ਹਾਲਾਤ ਆ ਹੈਗਾ, ਇੰਨੀਆਂ ਲਾਸ਼ਾਂ ਜਿਹੜੀਆਂ ਹੈਗੀਆਂ ਡਿਸਪੀਅਰ ਹੋ ਗਈਆਂ। ਆਪ ਜੀ ਨੂੰ ਬਾਕੀ ਤਾਂ ਹਿਸਟਰੀ ਆ, ਸਾਰਿਆਂ ਨੂੰ ਪਤਾ ਵੀ ਇੱਥੇ ਕੈਨੇਡਾ ਹੁੰਦੇ ਤੇ ਇੰਡੀਆ ਤੋਂ ਆ ਗਿਆ ਸੀ ਵੀ ਖਾਲਸਾ ਸਾਹਿਬ ਹੁਣ ਇੰਡੀਆ ਨਾ ਆਵੇ, ਨਹੀਂ ਤਾਂ ਇਹਨੂੰ ਇਹਨਾਂ ਨੇ ਛੱਡਣਾ ਨਹੀਂ। ਪਰ ਉਹ ਮਾਂ ਦਾ ਪੁੱਤ ਕਹਿੰਦਾ ਨਹੀਂ, ਇਹ ਨਹੀਂ ਹੋ ਸਕਦਾ ਵੀ ਜੇ ਮੈਂ ਅੱਜ ਆਵਾਜ਼ ਨਾ ਉਠਾਈ ਇਹ ਕੱਲ ਨੂੰ ਕੌਣ ਉਠਾਏਗਾ, ਵੀ ਮੇਰਾ ਫਰਜ਼ ਬਣਦਾ ਜੋ ਮਰਜ਼ੀ ਹੋ ਜਾਏ ਮੈਂ ਜਾ ਕੇ ਆਵਾਜ਼ ਉਠਾਵਾਂਗਾ। Colin, welcome. Thank you. So what is your thesis about this? ਜੇ ਬਾਰ-ਬਾਰ ਇਹ ਘੱਟ ਗਿਣਤੀਆਂ ਤੇ ਹਮਲੇ ਹੋ ਰਹੇ ਆ ਜਾਂ ਉਹਨਾਂ ਦਾ ਕਤਲੇਆਮ ਹੋ ਰਿਹਾ ਹੈ, ਇਹਦੇ ਪਿੱਛੇ ਕੋਈ ਸੈਟ शक्तियां कम कर रही हैं? इसके पीछे ये है कि जब सरकार सपोर्ट करती है मैसेकर को, जब सपोर्ट सरकार का पूरा
फोर्स है जेनोसाइड के पीछे, जब सरकार के पार्टियां के लोग जेनोसाइड करते हैं, लोगों को कत्ल करते हैं, तो क्रिमिनल जस्टिस सिस्टम को फंक्शन करना नामुमकिन होता है। अगर होम मिनिस्टर कहता है कि आप टच मत करो लोगों को, प्राइम मिनिस्टर अगर कहेगा कि इसके बारे में कुछ मत करो, तो फिर पुलिस को काम करना बहुत मुश्किल होता है। और हजार लोग कत्ल होने के बाद भी क्रिमिनल जस्टिस सिस्टम को चलाना और लोगों को गिरफ्तार करना और पुट देम बिहाइंड बार्स, ये बहुत ही मुश्किल होता है। हमने देखा 84 राइट्स में, 84 मैसेकर जेनोसाइड में देखा था, उसके बाद 1992 बॉम्बे जेनोसाइड में देखा, उसके बाद 2007 कंडमल में जब 200 क्रिश्चियन को, ईसाई लोगों को मार डाला, और 2002 गुजरात में जहां पे 3,000 मुसलमान को जान से मारा। तो ये इम्प्यूनिटी है कि जाओ कत्ल करो, मारो, जलाओ लोगों को, कुछ नहीं होगा, क्योंकि हमारा होम मिनिस्टर हमारा पार्टी का है और प्राइम मिनिस्टर हमारा पार्टी का, चीफ मिनिस्टर हमारा पार्टी का है। ये इम्प्यूनिटी का कल्चर जैसा हो गया। देखो ਜਿਹੜੀ ਗੁੱਡ ਗਵਰਨੈਂਸ ਆ ਉਹਦੇ ਵਿੱਚ ਲਾਅ ਐਂਡ ਆਰਡਰ ਇੱਕ ਬਹੁਤ ਮਹੱਤਵਪੂਰਨ ਚੀਜ਼ ਆ। ਹਿੰਦੁਸਤਾਨ ਬਹੁਤ ਵੱਡਾ ਮੁਲਕ ਆ ਜਿੱਥੇ ਸੈਂਕੜੇ ਬੋਲੀਆਂ, ਸੈਂਕੜੇ ਧਰਮਾਂ ਦੇ ਲੋਕ ਰਹਿੰਦੇ ਨੇ, ਔਰ ਇਹਨਾਂ ਲੋਕਾਂ ਨੂੰ ਕਾਬੂ 'ਚ ਰੱਖਣਾ, ਲਾਅ ਐਂਡ ਆਰਡਰ ਮੇਨਟੇਨ ਰੱਖਣਾ ਸਰਕਾਰ ਦਾ ਇੱਕ ਫਰਜ਼ ਬਣਦਾ। ਔਰ ਸਰਕਾਰ ਕਹਿੰਦੀ ਆ ਕਿ ਜੇ ਅਸੀਂ ਲਾਅ ਐਂਡ ਆਰਡਰ ਮੇਨਟੇਨ ਨਾ ਰੱਖਿਆ, ਇਹ ਲੋਕ ਤਾਂ ਇੱਥੇ ਅਨਾਰਕੀ ਫੈਲਾ ਦੇਣਗੇ। जी, हमारे देश में लॉ एंड ऑर्डर सिचुएशन खत्म हो गया, पूरा खत्म हो गया। नामुमकिन है लॉ एंड ऑर्डर इन्फोर्स करना। चिदम्बरम साहब ने खुद घोषणा की 1 साल पहले कि 650 डिस्ट्रिक्ट में से 220 डिस्ट्रिक्ट ऐसा है जिसमें आर्म स्ट्रगल के ग्रुप्स है, नक्सलाइट हो या कुछ और ग्रुप्स हो। लेकिन पूरा हमारे देश में अंगार जैसी स्थिति हो गया, लॉ एंड ऑर्डर का ब्रेकडाउन हो गया। और ये जनता की तरफ से नहीं हुआ। पब्लिक इज वेरी लॉ अबाइडिंग, पब्लिक कानून में मानता है, पब्लिक कानून के हिसाब से चलता है, कानून के रास्ता से चलता। लेकिन ऊपर से लॉ एंड ऑर्डर ब्रेकडाउन हो गया सरकार की तरफ से। इन स्टेट आफ्टर स्टेट यू विल सी, झारखंड इट इज ब्रोकन, छत्तीसगढ़ में खत्म हो गया, वेस्ट बंगाल में खत्म हो गया था। तो ये सिचुएशन हो गया। इंडिया इज ए डेमोक्रेसी ओनली इन नेम, ऊपर दिखाने के लिए डेमोक्रेसी जैसा है, लेकिन भीतर से अगर देखोगे तो पूरा करप्शन फैला हुआ है। And law and order, there is no such thing like law and order in India today. ਕੌਰਨ ਗੰਜ਼ਾਲਸ, ਇਹ ਦੱਸੋ ਸਾਨੂੰ ਕਿ ਜਦੋਂ ਸਿੱਖਾਂ ਤੇ ਕੁੱਟ ਪਈ, ਸਿੱਖਾਂ ਦਾ ਕਤਲੇਆਮ ਹੋਇਆ, ਜਿਹੜੇ ਨਾਨ ਸਿੱਖ ਸੀ, ਤੁਸੀਂ ਬਾਹਰਲੇ ਸੂਬਿਆਂ 'ਚ ਰਹਿੰਦੇ ਸੀ, ਪੰਜਾਬ ਤੋਂ ਬਾਹਰ ਰਹਿੰਦੇ ਸੀ, ਤੁਸੀਂ ਕਿਵੇਂ ਮਹਿਸੂਸ ਕਰਦੇ ਸੀ? ਜਿਹੜੇ ਨਾਨ ਸਿੱਖਾਂ ਨੇ ਕਿਵੇਂ ਮਹਿਸੂਸ ਕੀਤਾ ਹਿੰਦੁਸਤਾਨ ਦੇ ਨੇ? एक्चुअली 84 में जब जेनोसाइड हुआ था तो शायद ये स्थिति थी कि बाहर के लोग जितना अटेंशन देना चाहिए था, जितना ध्यान देना चाहिए था, वो शायद नहीं हुआ। लेकिन अब इतना मैसेकर होने के बाद 92 बॉम्बे में वगैरह और 2002 गुजरात, 2007 उड़ीसा में, अब हमारे देश में कुछ अवेयरनेस जैसा हो गया कि ये जो मसला है ये इंडिविजुअल कम्युनिटी हल नहीं कर सकता। पूरा देश में एकता होना जरूरी है, ह्यूमन राइट्स एक्टिविस्ट का और सोशल मूवमेंट का एकता होना बहुत जरूरी है। इट कैनॉट बी फॉट बाय वन कम्युनिटी ऑल्सो। सो ऑल ऑप्रेस्ड पीपल, वेदर दे आर सिख्स और मुस्लिम्स और क्रिश्चियंस, दलित्स, आदिवासीज, पुअर पीपल, मजदूर वर्ग जो है, खेतीहर मजदूर, हम सब साथ में आना चाहिए था, एकता होना चाहिए, क्योंकि वी हैव टू ब्रिंग अ न्यू नेशनल मूवमेंट टू आवर कंट्री। हमारे देश की जो स्थिति है, द प्रेजेंट लीडरशिप, प्रेजेंट गवर्नमेंट ब्रिटिश से भी और खराब है, ब्रिटिश से भी और भ्रष्ट है, ब्रिटिश से भी और वायलेंट हो गया। तो नया नेशनल मूवमेंट जैसा होना जरूरी है। अब आप उम्मीद रखते हैं कि अन्ना हजारे या रामदेव ऐसी मूवमेंट शुरू कर चुके हैं, ये किसी तरफ में ले जाएगी, कोई इंसाफ मिलेगा? रामदेव के बारे में मैं नहीं जानता, क्योंकि रामदेव के बारे में मैं बोलना नहीं चाहता, लेकिन अन्ना हजारे के बारे में मैं कुछ जानता हूँ। अन्ना हजारे एक ईमानदार और प्रगतिशील आदमी है, और अन्ना हजारे जैसे हमारे देश में करीब हजार लोग हैं जो दलित के लीडर है, आदिवासी के लीडर है, खेतीहर मजदूर के लीडर है, माइनॉरिटीज के लीडर है।
तो वैसे हमारे देश में बहुत लोग हैं जो नया जमाना जैसा ला सकता है। ये लोग अगर एक मंच पर अगर आएगा, और आना मुश्किल भी है मैं जानता हूं, लेकिन अगर एक मंच पर आएगा तो इंडिया में एक क्रांति की स्थिति जैसी होगा और पूरा परिवर्तन होगा, संपूर्ण क्रांति जैसा होगा और नया जमाना आएगा इंडिया में। तुसी भारतीय नागरिक हो जी? आप भारतीय नागरिक हैं? जी, मैं इंडियन सिटीजन हूँ जी, भारतीय नागरिक हूँ। जैसी बातें आप कर रहे हैं, अगर आप भारत वापस जाएंगे आपको हिंदुस्तान की सरकार मरवा तो नहीं? ये बातें मैं खुलेआम से बोलता हूँ इंडिया में, और जो हमारे कानूनी अधिकार है, हमारा अधिकार है बोलने का, फ्रीडम ऑफ स्पीच एंड एक्सप्रेशन है इंडिया में। तो ये जो बात मैंने जो कही या तो मैं इंडिया में बार बार कहता, आई डोंट ब्रेक द लॉ बट दिस इज माई राइट टू स्पीक आउट फॉर रेवोल्यूशन एंड न्यू इंडिया। This is Red FM and you are listening to a rebroadcasted program. Please check the full schedule on our website redfm.ca. आप एक तरफ तो ये कहते हैं कि इंडिया में डेमोक्रेसी नहीं है जी। दूसरी तरफ आप जैसे व्यक्ति आप हिंदुस्तान की सरकार के खिलाफ राष्ट्रीय और अंतर्राष्ट्रीय पद्धर पे प्रचार कर रहे हैं और आपको कोई मार नहीं रहा, आपको कोई खतरा नहीं है। आप ये कैसे कह सकते हैं कि ये डेमोक्रेसी नहीं है? मेरा सिचुएशन थोड़ा अलग सा है क्योंकि मैं वकील हूँ और मैं वकालत करता हूँ, तो मेरा थोड़ा प्रिविलेज सिचुएशन है। लेकिन पंजाब में जाके अगर पुलिस वालों से अगर कोई आदमी फ्रीडम ऑफ स्पीच एंड एक्सप्रेशन का इस्तेमाल अगर करना चाहेंगे, then they will get shot in the head. If you go to Andhra Pradesh and speak to policemen, they will shoot you. If you go to Manipur और कानूनी अधिकार के बारे में अगर कहेंगे लोगों से, they will shoot you in the head. तो गन कल्चर है हमारे देश में। कुछ लोग इससे थोड़ा प्रिविलेज पोजीशन में है तो बातें कर सकते हैं। कॉलन जी गल होर दसो भी, ਜਦੋਂ ਸਿੱਖਾਂ ਦਾ ਕਤਲ ਹੋਇਆ ਦਿੱਲੀ ਦੇ ਵਿੱਚ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਹੋਇਆ, ਹੁਣ ਤਾਂ ਇਹ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ। ਸਾਰੀਆਂ ਅੰਤਰਰਾਸ਼ਟਰੀ ਹਿਊਮਨ ਰਾਈਟਸ ਗਰੁੱਪ ਵੀ ਕਹਿ ਰਹੇ ਨੇ ਕਿ ਜ਼ਿਆਦਤੀ ਹੋਈ। ਹਿੰਦੁਸਤਾਨ ਦੀ ਸਰਕਾਰ ਵੀ ਸ਼ਾਇਦ ਕਿਸੇ ਹੱਦ ਤੱਕ ਰਿਅਲਾਈਜ਼ ਕਰਦੀ ਹੈ ਕੋਈ ਕੰਮ ਗਲਤ ਹੋਇਆ, ਪਰ ਬਾਕੀ ਹਿੰਦੁਸਤਾਨ ਦੇ ਜਿਹੜੇ ਨਾਗਰਿਕ ਨੇ ਉਹ ਕਿਵੇਂ ਮਹਿਸੂਸ ਕਰਦੇ ਨੇ ਕਿ ਉਹਨਾਂ ਲੋਕਾਂ ਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਦਿੱਤੀ ਗਈ ਔਰ ਉਹ ਪਾਰਲੀਮੈਂਟ 'ਚ ਬੈਠੇ ਨੇ, ਦੰਦਨਾਉਂਦੇ ਫਿਰ ਰਹੇ ਨੇ? बाकी हिंदुस्तान के लोग किमें महसूस करते हैं? ये बात सही है, लेकिन पंजाब की भी जो स्थिति है, 84 मैसेकर होने के बाद और 1990s में जो किलिंग्स हुआ पंजाब में, आज तक न्याय नहीं हुआ। किसी को पकड़ा नहीं, कुछ चंद लोगों को पकड़ के जेल में है, लेकिन जो मेन कल्प्रिट्स है वो बाहर है अभी तक पंजाब का। जो 1992 बॉम्बे राइट्स का कोई कन्विक्शन नहीं हुआ। 3000 मुसलमान को कत्ल किया और एक भी कन्विक्शन नहीं। अजीब बात है। तो ऑप्रेस्ड कम्युनिटीज जो है वो महसूस करता है कि हमारे ऊपर बहुत बड़ा अन्याय हुआ और वो लोग फील करता है कि कुछ होना चाहिए, लेकिन आगे का रास्ता ही नहीं है। कोई भी पार्टी, बीजेपी हो या कांग्रेस हो या कोई भी पार्टी अगर हो, वो सजा देने के लिए तैयार नहीं है। वो क्रिमिनल जैसे कंस्पिरेसी है पॉलिटिकल पार्टी उसका और ये गुंडों लोगों का। क्रिमिनल लोग एंड पॉलिटिक्स, दे आर ऑल टुगेदर इन वन बिग कंस्पिरेसी। नोबडी इज विलिंग टू प्रोसिक्यूट। यू नो तकरीबन सारी जिंदगी होगी मैनू सुनदियां नूं कि अज इनकलाब आया, अज क्रांति आई। हरकृष्ण सरजीत तो लैके तुहाडे तक हुण भी तुसीं क्रांति की गल कर रहे हो। कदों आएगी ये क्रांति? कित्थों आनी क्रांति है? देखिए, हमारे इंडिया के लोगों का विशेषता है कि वो बहुत सहन कर सकता है। वो साउथ अमेरिका जैसा नहीं। साउथ अमेरिका लेके लोग नाराज हो जाते हैं तो इमीडिएटली वो आंदोलन चलाता है जी, लेकिन हमारे देश के लोग सहन करता है। लेकिन ऐसा एक पॉइंट आ जाएगा, मुझे लगता है कि जब सहन करना वो लोग बंद करेगा, वो सहन नहीं करेगा और इकट्ठा हो जाएगा। आज सब अलग अलग हो गया, सब अलग अलग। सरकार का जो चालाकी है कि हर कम्युनिटी को अलग करना, लोगों को अलग करना, लोग एकता करेगा। मुझे लगता है एकता करना पड़ेगा क्योंकि स्थिति बहुत ही खराब है हमारे देश में। 70% लोग गरीबी रेखा के नीचे है। 70% लोग $50 इनकम पर डे के नीचे है। तो ये लोग ज्यादा सहन नहीं करेगा। और अभी देखने को मिलता है, पूरा देश में देखने को मिलता है, लोग इकट्ठा हो रहा है, लोग आंदोलन कर रहे हैं, लोग एजिटेशन कर रहे हैं, लोग प्रोटेस्ट कर रहे हैं। तो आने वाले दिनों में हमारे देश में बहुत ही प्रोटेस्ट होगा। लेकिन किस छाते के नीचे?
किसके झंडे के नीचे? देखो, जब जंतर मंत्र में या अन्ना हजारे का आंदोलन शुरू हुआ, नौजवान, विद्यार्थी, बहुत से लोग इकट्ठा हुए, एक आस की किरण लोगों को नजर आने लगी, लेकिन उसके बाद सब खुर्द-बुर्द। इसका जवाब मैं एक्चुअली नहीं दे सकता, क्योंकि कौन सा झंडा के नीचे लोग आएगा मैं नहीं जानता एक्चुअली, लेकिन मैं ये जानता कि नया लीडरशिप आएगा, और ये लीडरशिप कहां से आएगा, कहां से उभर के आएगा, कोई नहीं बोल सकता है। लेकिन अन्ना हजारे का मूवमेंट जो है ये एक निशान जैसा है, एक सिंबल जैसा है ये नया मूवमेंट्स का। अलग अलग नौजवान लोग सामने आ जाएगा, क्योंकि पुरानी जो पार्टियां है ये पूरा फेल हो गया, पुराने जो लीडरशिप है सब भ्रष्ट हो गया, बोलने में होशियार लेकिन काम करने में बहुत ही बेकार काम करते हैं लोग। तो नया लीडरशिप आएगा और अलग अलग तरीके से आएगा, इसको रिकॉग्नाइज करना बहुत जरूरी है कि देखिए ये हमारा न्यू इंडिया, फ्री इंडिया का नया लीडरशिप है, लेकिन आ जाएगा निश्चित। जदों डॉक्टर मनमोहन सिंह प्रधानमंत्री बने, बड़ियां आसां वजियां, खास तौर ते सिख भाईचारे नूं आस वजी कि सिखां दे होए कतलेआम दा या नीले तारा जिहड़ा साका होया उस दे दोषियां नूं सजावां दित्तियां जाणगियां, इंसाफ मिलेगा, पर कुछ नहीं हो सकिया। इहदे च कोई दो रावा नहीं कि वो एक ईमानदार व्यक्ति हन, but sometimes I think he's powerless. See, he is not powerless. Actually, every Sikh is proud of Manmohan Singh because he is a Sikh and he is the Prime Minister of India. लेकिन उसने जो आश्वासन दिया लोगों को वो empty promise है, false promise है. He is not powerless. He is a powerful man. एक मिनट में वो ऑर्डर कर सकते कि प्रोसिक्यूशन ठीक से करो, ठीक से वकील रखो और प्रोसिक्यूट करो, 84 विक्टिम्स, 1990 डेथ्स, प्रोसिक्यूट करो. No, he is not powerless. He is powerful, but he is unwilling to do anything. He is deliberately not doing anything. Why? Because he is part of the same ideology. He may be a Sikh, that is correct. And he may be Prime Minister of India. He is part of the same thinking. His party is the guilty in 84 riots. सब पार्टी के लोगों को प्रोटेक्ट करेगा, and he is the man who is protecting them. Otherwise, from him, one word will go, and those people who were rioting in 84 would be behind bars today. They would get life imprisonment. They would get death sentence. But he is protecting them. तो एक और पर लोगों से कहेगा कि मैं क्षमा मांगता हूं आप लोगों से, and on the other hand, he is protecting the guilty. I feel that he has done something very wrong for people who had so much faith in Manmohan Singh, so much faith, so much love. Sikh community has love for Manmohan Singh, but we're getting and he has betrayed them. He has betrayed them. I have no doubt he has betrayed them. और जिहड़ी क्रांति तुसी गल कर रहे हो, वो क्रांति इहनूं किस कदर आएगी और किहड़े लीडर ने हुण करप्शन इस कदर लोकां दे हड्डां च रच चुकी है जिस दे खिलाफ जदों भी जिहड़ा भी झंडा चुकदा लोग एकदम उमड़ पैंदे ने उस दे मगर। कोई भी कहंदा कि काला धन वापस लियाओ, करप्शन खत्म करो, मृत्यु दंड दो। जदों इन्नी गल चली लोग एकदम उधर नूं झाकण लग पए, उन्होंने आस दी किरण नजर आई। पर ਇਹ ਕਿਵੇਂ ਹੋਏਗਾ ਇਸ ਲੀਡਰਸ਼ਿਪ ਦੇ ਜਿਹੜੀ ਉਹਨਾਂ ਦੇ ਖੂਨ ਦੇ ਵਿੱਚ ਰਚ ਚੁੱਕੀ ਕਰਪਸ਼ਨ ਇੱਕ ਛੋਟੇ ਲੈਵਲ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਿਛਲੇ ਸਾਲਾਂ ਦੇ ਵਿੱਚ ਅਸੀਂ ਵੇਖ ਰਹੇ ਹਾਂ। ਸੋ ਇਹ ਤੁਹਾਡੇ ਵਿਜ਼ਨ ਦੇ ਵਿੱਚ ਕਿਹੜੀ ਲੀडरशिप होएगी? ये लीडरशिप विद्यार्थी होंगे, ये लीडरशिप नीचे से आएगा। जैसे आदिवासी एरिया में अगर आप देखोगे जहाँ पे आर्म स्ट्रगल चल रहा है, वो लीडरशिप नीचे से आ रहा है, आदिवासी लोगों से आ रहा है। दलित की लीडरशिप दलितों से आएगा। ये जो पुरानी पार्टियां है, जो पुरानी लीडरशिप है, उसमें से एक भी व्यक्ति नहीं रहेगा जो लीडरशिप करने लायक है, एक भी नहीं रहेगा। मेरा पूरा यकीन है जो अभी पार्लियामेंट में लोग है, बीजेपी का, सीपीएम का, ये अपना कांग्रेस का वगैरह वगैरह जो पार्टियां हैं, ये लोग लीडरशिप करना ना लायक है, नीचे से आएगा। एंड डिफरेंट पीपल विल कम, अननोन पीपल विल कम, दे विल कम टू लीड इंडिया। धीरे धीरे से होगा, बहुत बहुत समय लगेगा, लेकिन धीरे से चेंज होगा, संपूर्ण क्रांति होगा। ये हमारे देश का भविष्य है। सो ਇਹ ਜਿਹੜੀ ਕ੍ਰਾਂਤੀ ਦਾ ਤੁਸੀਂ ਸੁਪਨਾ ਵੇਖ ਰਹੇ ਹੋ, ਇਸ ਕ੍ਰਾਂਤੀ ਦੇ ਵਿੱਚ ਅਨਾਰਕੀ ਤੇ ਕਤਲੇਆਮ ਤੇ ਫਿਰ ਬਲੱਡ ਸ਼ੈਡ ਅਸੀਂ ਜਿਨ੍ਹਾਂ ਮੁਲਕਾਂ 'ਚ ਵੇਖਿਆ, ਭਾਵੇਂ ਉਹ ਮਿਸਰ ਸੀ, ਇਜਿਪਟ ਸੀ, ਜਾਂ ਜੋ ਕੁਝ ਲਿਬੀਆ 'ਚ ਹੋ ਰਿਹਾ, ਯਮਨ ਦੇ ਵਿੱਚ ਅਸੀਂ ਵੇਖ ਰਹੇ ਹਾਂ, ਔਰ ਇਜ਼ਰਾਈਲ ਤੇ ਤੁਸੀਂ ਵੇਖ ਰਹੇ ਹੋ ਕਿ ਫਲਸਤੀਨ ਦੇ ਵਿੱਚ ਕੀ ਕੁਝ ਹੋ ਰਿਹਾ। ਇਸ ਕਿਸਮ ਦੀ ਕ੍ਰਾਂਤੀ ਤੇ ਨਹੀਂ ਚਾਹੁੰਦੇ ਲੋਕ।
जिथे ब्लडशेड हुए? एक्चुअली ये जो मूवमेंट है, जैसे आदिवासियों का मूवमेंट है या गरीबों के हैं, वो कुचलने के लिए सरकार पूरी ताकत लगाएगी। जैसे ये अपना झारखंड में, छत्तीसगढ़ में, लालगढ़ में, उड़ीसा, बिहार में पैरामिलिट्री फोर्सेस अब बाहर है, उस एरिया में है, सिविल वॉर की स्थिति जैसा है, ब्लडशेड तो होगा निश्चित। क्रांति करने में या पूरा देश में परिवर्तन लाने में हम लोग क्या नॉन वायलेंट है? मैं तो खुद नॉन वायलेंट हूं और मैं हमेशा लोगों से कहता है कि वायलेंस गलत है, लेकिन जिस तरह से सरकार इस मूवमेंट को, डेमोक्रेटिक मूवमेंट को कुचलने का कोशिश करता है, दे आर किलिंग पीपल। आई एम डूइंग सो मेनी केसेस इन सुप्रीम कोर्ट अगेंस्ट छत्तीसगढ़ गवर्नमेंट फॉर किलिंग पीपल, मैसेकरिंग इनोसेंट विलेजर्स, इनोसेंट पीपल। क्या गलत है इन लोगों का? सिर्फ ये कि हम जमीन देना नहीं चाहेंगे, हम जमीन नहीं देगा, कुछ भी हो हम अपनी जमीन नहीं देगा। ऑन दैट डेमोक्रेटिक राइट्स दे आर किलिंग पीपल। देयरफॉर विल देयर बी ब्लडशेड? आई फील देयर विल बी ब्लडशेड, क्योंकि सरकार चाहती है कि ब्लडशेड हो। सरकार इज गोइंग जस्ट लाइक दे क्रश्ड द पीपल ऑफ पंजाब, दे आर डिटर्मिन्ड टू क्रश द पीपल ऑफ इंडिया। नेशनल लेवल पर ब्लडशेड होगा, not because we want bloodshed, not because people are engaging in crime, no, not because people are violent, no, because the state is very violent, the state is the biggest terrorist of them all. Mr. Gonzalez, you have bird's view. How do you see Punjab, in this bigger picture? Punjab ਨੂੰ ਤੁਸੀਂ ਆਉਣ ਵਾਲੇ ਸਾਲਾਂ 'ਚ ਕਿਵੇਂ ਵੇਖਦੇ ਹੋ? पंजाब बहुत ही गंभीर स्थिति में है। अब देखिए, टॉर्चर के अलावा अभी टॉर्चर तो चल रहा है, पहले जैसी स्थिति थी वो अब भी है पंजाब में। फॉल्स अरेस्ट, मिडनाइट अरेस्ट, टॉर्चर, किलिंग्स तो कम हो गया, लेकिन अपार्ट फ्रॉम किलिंग्स एवरीथिंग एल्स इज देयर। टेरर जो है पंजाब पुलिस का वो अभी भी है एट सेम लेवल, बट किलिंग हैज स्टॉप्ड, किलिंग हैज डिक्रीज, नॉट स्टॉप्ड, बट टॉर्चर इज कंटिन्यूइंग, फॉल्स केसेस आर कंटिन्यूइंग। पंजाब स्थिति बहुत ही गंभीर है। यू लुक एट द सिचुएशन फार्मर सुसाइड्स के, वी डिड fact finding recently, 2,500 in one district only, 2,500 farmer ने आत्महत्या की। Terrible situation of poverty in Punjab. Then sex selection, the female feticide, भ्रूण हत्या लोग कहते हैं। That situation is very severe in districts of Punjab, very serious. So Punjab situation, economy is in crisis, water table नीचे जा रहा है। पंजाब में पानी की कमी होगी in the next 5-10 years. Can you imagine situation like that? Mismanagement, corruption, that is the reason for this by political parties. Large scale corruption, looting of the government. That is what is happening. So Punjab situation is going to go on boil again. उभर के आएगा अब। ਤੁਸੀਂ ਕੋਈ ਗੱਲਬਾਤ ਕਰਨੀ ਚਾਹੋ? ਕੌਲਨ ਗੰਜ਼ਾਲਸ ਸਾਡੇ ਨਾਲ ਹਨ, ਇਹਨਾਂ ਦੇ ਨਾਲ WSO ਦੇ ਪ੍ਰੈਜ਼ੀਡੈਂਟ ਮਿਸਟਰ ਵਿਨਿੰਗ ਆਏ ਹੋਏ ਨੇ। 59199311। This is Red FM and you are listening to a rebroadcasted program. Please check the full schedule on our website redfm.ca. कुछ कॉलर ने ਸਾਡੇ ਜਿਹੜੇ ਸਾਡੇ ਨਾਲ ਗੱਲਬਾਤ ਕਰਨਗੇ, ਕਾਫੀ ਦੇਰ ਤੋਂ ਹੋਲਡ ਕਰ ਰਹੇ ਹਨ। ਅਮਰ ਸਿੰਘ ਜੀ, ਲਾਈਨ 3। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇਹਨਾਂ ਦੀ ਵਿਸ਼ੇਸ਼ ਤਾਂ ਬੜੀਆਂ ਸੋਹਣੀਆਂ ਨੇ ਵੀ ਇੰਡੀਆ 'ਚ ਕਿੱਦਾਂ ਇਹ ਚੀਜ਼ ਰੈਵੋਲੂਸ਼ਨ ਆਏਗੀ, ਲੇਕਿਨ ਗੱਲ ਹੈ ਵੀ ਬੇਸਿਸ ਜਿਹੜੇ ਨਾ ਰੈਸ਼ਨੈਲਿਟੀ ਉਹਨੂੰ ਦੇਖਣ ਕਿ ਸਾਰੀਆਂ ਦੀ ਕਰਪਸ਼ਨ ਜਿਹੜੀ ਹੈ ਮਾਈਂਡ ਤੋਂ ਸ਼ੁਰੂ ਹੁੰਦੀ ਹੈ, ਤੇ ਜਿਹੜੀ ਨਾਨ ਕਰਪਸ਼ਨ ਉਹ ਵੀ ਮਾਈਂਡ ਤੋਂ ਸ਼ੁਰੂ ਹੁੰਦੀ। ਇਹਦਾ ਮਤਲਬ ਜਿਹੜੇ ਲੋਕ ਟੈਰਰਿਸਟ ਅਕੈਡਮੀਆਂ 'ਚ ਟ੍ਰੇਨ ਕੀਤੇ ਜਾ ਰਹੇ ਨੇ ਤੇ ਮੋਰਲ ਵੈਲਿਊਜ਼ ਜਿਹੜੀਆਂ ਨੇ ਇਹਨਾਂ ਨੂੰ ਅਕੈਡਮੀ ਸਿਖਾਉਣੀਆਂ ਪੈਣੀਆਂ ਨੇ। ਉਹ ਲੋਕ ਅਗਰ ਸਿੰਗਾਪੁਰ ਔਰ ਸਵੀਡਨ ਇਹੋ ਜਿਹੀਆਂ ਕੰਟਰੀਆਂ 10 ਕੰਟਰੀਆਂ ਜਿਨ੍ਹਾਂ 'ਚ ਲੀਸਟ ਕਰਪਸ਼ਨ ਹੈਗੀ ਆ, ਉਹੋ ਜਿਹੀ ਜਗ੍ਹਾ ਤੇ ਅਕੈਡਮੀਆਂ ਕੀਤੀਆਂ ਜਾ ਸਕਦੀਆਂ। ਇੰਡੀਆ ਵਿੱਚ ਵੀ ਕੀਤੀਆਂ ਜਾ ਸਕਦੀਆਂ ਨੇ। ਥੋੜੇ ਜਿਹੇ ਲੋਕ 5-10% ਪੰਜਾਬ ਵਿੱਚ ਵੀ ਬੜੇ ਹਾਈ ਮੋਰਲ ਵੈਲਿਊਜ਼ ਦੇ ਲੋਕ ਹੈਗੇ ਨੇ, ਉਹਨਾਂ ਨੂੰ ਲੈ ਕੇ ਤੇ ਅਕੈਡਮੀਆਂ 'ਚ ਬੰਦੇ ਟ੍ਰੇਨ ਕੀਤੇ ਜਾਣਗੇ। ਉਹ ਮਾਈਂਡ ਫਿਰ ਚੇਂਜ ਨਹੀਂ ਕਰਦੇ। ਸਾਡੇ ਲੋਕ ਜਿਹੜੇ ਨੇ ਕਨਫਿਊਜ਼ ਹੈਗੇ ਨੇ, ਉਹ ਮੋਰਲ ਦੀਆਂ ਗੱਲਾਂ ਤੇ ਕਰਦੇ ਨੇ, ਪਰ ਜਦੋਂ ਪੈਸਾ ਆ ਜਾਂਦਾ, ਅਹੁਦਾ ਆ ਜਾਂਦਾ, ਤੇ ਫਿਰ ਉਹ ਉਹਨਾਂ ਦੀਆਂ ਵੈਲਿਊ ਖਤਮ ਹੋ ਜਾਂਦੀਆਂ। ਯੂ ਹੈਵ ਟੂ ਬੀ ਹੈਵ ਅ ਸਟਰੋਂਗ ਸਟੈਂਡ। ਸੋ ਮੇਰੀ ਇਹਨੂੰ ਸੁਜੈਸ਼ਨ ਹੈ, ਬਹੁਤ ਅੱਛਾ ਆਈਡੀਆ, ਸਪੋਰਟ ਦਾ, ਪਰ ਇਹਨੂੰ ਉਹਦੀ ਕੋਈ ਰੈਸ਼ਨੈਲਿਟੀ ਬਣਾਉਣੀ ਪਊਗੀ। ਗੱਲਾਂ ਨਾਲ ਕੁਝ ਨਹੀਂ ਹੋਣਾ। ट्रेनिंग दी जानी चाहिए मॉरल वैल्यूज दी, एथिकल वैल्यूज दी। ट्रेनिंग भी देना चाहिए, ये बात सही है, लेकिन ट्रेनिंग मिलता है फ्रॉम सोशल वर्क, सोशल मूवमेंट, एजिटेशन, प्रोटेस्ट। ये सबसे बड़ा
ट्रेनिंग एरिया है. दैट इज द बेस्ट एरिया फॉर ट्रेनिंग. पार्टिसिपेट इन सोशल मूवमेंट एंड सोशल चेंज. ये दीपक जी, लाइन 4. हाय दीपक. Good morning, Mr. Tim. Very interesting topic as usual, and but I'm not. Don't agree totally with your guests, and the reason for that is, first of all, the issue is, it is not that there are some communities in India jinke against, injustice hua hai ya killings hui hai. So this person is totally ignorant, and he has never, ever, I didn't listen. I even stopped my vehicle right now and I'm talking to you. He has never talked about Hindus in J&K. 500,000, more than 500,000 Hindus, Kashmiri Pandits from J&K are living in self-imposed exile, and they were forced actually to go out of J&K for the last 22 years. 15, 16 years, maybe, that's right, since 1989. And never has he asked about. So when you are talking about injustice on a platform, you have to talk everything. You have to cover all the communities who are suffering. It cannot be injustice has been done to me and that is it. When you are coming on a community platform on nationwide, you are talking about a level where you want to cover the entire nation and discuss the corruption, discuss the injustice. You cannot exclude a community. There, I feel that he is biased, and he is being funded by some other organizations. For them, he is speaking. I don't see an honest point there. Okay. Yeah, you're absolutely correct. The Hindus who were forced to migrate from Kashmir and came to Delhi, their suffering also is part of human rights concern. You're absolutely right. And it's only because of maybe shortage of time or inadvertence that I did not refer to that. But you're absolutely right. I accept your position, sir, that persons who were forced to migrate, the Hindu population that were forced to migrate from Kashmir and come to Delhi have suffered terribly. And Hindu migrants deserve a lot of care and concern, and human rights activists ought to take up their issues, and in fact they do. And of course the reasons for that migration is very controversial. There are many reasons given for that, but I agree with you that it is a human rights concern and should be taken seriously. Migration is... And when we talk about Binayak Sen or Sharmila, I think Ram Sharmila, 9 saal ho gaye Sharmila. When we speak of the new leadership of India, that new leadership today is sometimes in jail also. Manipur में Ram Sharmila है, she is 38 years old lady, no political background. 9 साल पहले उसने देखा मार्केट प्लेस में, इम्फाल के मार्केट प्लेस में CRPF बाहर आया और 13 जो वेजिटेबल वेंडर है उनको कत्ल किया था. They shot them down in revenge because of some other previous killing. 13 innocent people were gunned down in the marketplace. So Ram Sharmila was, I think, 31, 32 years old then. She went on hunger fast. And now after 8-9 years, she is in prison even today. Imprisoned, why? Because she is attempting to commit suicide, the state is saying. तो वो जेल में है अभी तक. Her only fault कि वो भूख हड़ताल पर है. And in Indian law that is a crime. भूख हड़ताल करना और आत्महत्या करना गैर कानूनी है. तो 9 साल से वो जेल में है. वो पानी नहीं पिया, वो खाना नहीं लिया, and through her nose, through pipe के जरिए they are feeding her for 9 years. उनका एक ही डिमांड है, आर्म्ड फोर्सेस स्पेशल पावर्स एक्ट को रद्द करो. एंड आर्म्ड फोर्सेस स्पेशल पावर्स एक्ट का विशेषता ये है कि सिक्योरिटी फोर्सेस को अधिकार देता है that you can kill and nothing will be done. Shoot on sight, you can kill people. तो उसके खिलाफ वो है. विनायक सेन छत्तीसगढ़ का डॉक्टर है, वर्ल्ड फेमस पीडियाट्रिशियन है. वो दूर इलाकों में, मतलब छत्तीसगढ़ के ट्राइबल इलाकों में काम करते हैं. ही इज वर्किंग अमंग ट्राइबल्स फॉर द लास्ट 10 years. फेमस पर्सन वर्किंग विदाउट मनी फॉर द ट्राइबल चिल्ड्रन. डॉक्टर है, उनका इलाज करते हैं. एंड उनको पकड़ा गया. वाई? दे एलेज कि उसने किसी से चिट्ठी लिया, जो डॉक्टर में मरीज लोग थे उनसे एक लेटर लिया और अंडरग्राउंड लोगों को लेटर दिया और फुल फॉल्स केस उनको टेरराइज करने के लिए कि ये काम बंद करो, ये गरीबों के इलाकों में काम करना ये बंद करो काम, क्योंकि सरकार नहीं चाहते कि लोग आदिवासी एरिया में काम करें.
So he was also in jail for 3 years, such a famous doctor. So इस किस्म की लीडरशिप ਤੁਸੀਂ देख रहे हो फ्यूचर? जी, ये इस तरह की लीडरशिप है, सारे स्टेट्स में, सारे एरियाज में है लीडरशिप, यंग लीडरशिप है, अनकॉम्प्रोमाइजिंग लीडरशिप है। आंध्र प्रदेश, उड़ीसा जिन्हें ਤੁਸੀਂ ਮਿਸਾਲਾਂ ਦੇ ਰਹੇ ਹੋ, ਮੈਂ ਸਮਝਦਾ ਕਿ ਉੱਥੇ ਗਰੀਬੀ ਗੁਰਬਤ ਜ਼ਿਆਦਾ ਆ। ਜੇ ਮੈਂ ਪੰਜਾਬ ਦੀ ਗੱਲ ਕਰਦਾ, ਪੰਜਾਬ ਦੇ ਵਿੱਚ ਵੀ ਪਾਵਰਟੀ ਲਾਈਨ ਤੋਂ ਥੱਲੇ ਰਹਿਣ ਵਾਲੇ 40% ਲੋਕ ਨੇ। ਪੰਜਾਬ ਦੀ ਜਿਹੜੀ ਪਾਵਰਟੀ ਲਾਈਨ ਉਹ ਕਿੱਥੇ ਖੜੀ ਹੈ? ਪੰਜਾਬ ਤਾਂ ਸਾਰੇ ਹਿੰਦੁਸਤਾਨ ਨੂੰ ਖਾਣਾ ਪ੍ਰੋਵਾਈਡ ਕਰ ਸਕਦਾ, ਉੱਥੇ ਭੁੱਖਮਰੀ ਹੈ। ये लोग कहते हैं कि ग्रेनरी ऑफ इंडिया है, और है भी ग्रेनरी ऑफ इंडिया, पूरा देश को अनाज देता है, और लोगों को लगता है कि ये ग्रेनरी है इसलिए पंजाब में गरीबी नहीं है। लेकिन औपचारिक रिपोर्ट से ये फैक्ट निकलता है कि पंजाब में पॉवर्टी लाइन 15 रुपीज पर डे है। कैन यू इमेजिन पॉवर्टी लाइन? अगर व्यक्ति 16 रुपया कमाता है तो पुअर नहीं है, तो 15 रुपीज पॉवर्टी लाइन में इन पंजाब 35% आर बिलो दिस पॉवर्टी लाइन। कैन यू इमेजिन? 35% लोग जो पंजाब में रहता है वो इस गरीबी रेखा के नीचे है, मतलब 15 रुपीज पर डे। अगर आपका जो ऑफिशियल पॉवर्टी लाइन जो होना चाहिए 100-200 रुपीज पर डे है, मिनिमम वेज होना चाहिए 200 रुपीज पर डे। 200 रुपया प्रतिदिन का पॉवर्टी लाइन अगर होता तो इन पंजाब अबाउट 50-55% ऑफ पंजाब वुड बी बिलो पॉवर्टी लाइन। इट इज अनबिलीवेबल कि पंजाब हैज बिकम सच ए बैड सिचुएशन। अजीतपाल जी, लाइन 5। सत श्री अकाल जी। सत श्री अकाल। ਗੱਲਬਾਤ ਸੁਣਨੇ ਇਹਨਾਂ ਦੀ ਬਹੁਤ ਵਧੀਆ ਗੱਲਬਾਤ ਕਰ ਰਹੇ ਆ। ਪਹਿਲਾਂ ਤਾਂ ਕਦੇ ਨਹੀਂ ਇੰਨੀ ਕੋਈ ਵਧੀਆ ਗੱਲਬਾਤ ਸੁਣੀ ਕਦੀ ਕਿਸੇ ਦੀ। ਸੋ ਜਿਹੜੀ ਇਹ ਗੱਲਬਾਤ ਕਰ ਰਹੇ ਆ ਨਹੀਂ, ਜਿਵੇਂ ਉਹਨਾਂ ਇੰਡੀਆ ਦੀ ਗੱਲਬਾਤ ਕਰ ਰਹੇ ਆ, ਜਾਂ ਅਸੀਂ ਬਹੁਤੇ ਲੋਕ ਹਿੰਦੁਸਤਾਨੀ ਸੁਣ ਰਹੇ ਆ। ਸੋ ਅਸੀਂ ਤਾਂ ਹਿੰਦੁਸਤਾਨ ਦਾ ਭਲਾ ਹੀ ਚਾਹੁੰਦੇ ਆ, ਪੰਜਾਬ ਦਾ ਭਲਾ ਚਾਹੁੰਦੇ ਆ। ਪੰਜਾਬ ਦੇ ਵਿੱਚ ਜੋ ਕੁਝ ਹੋਇਆ, ਮੈਨੂੰ ਬਹੁਤ ਬਾਹਰਲੀਆਂ ਸਟੇਟਾਂ ਦਾ ਤਾਂ ਬਹੁਤਾ ਪਤਾ ਨਹੀਂ ਹੈ, ਪਰ ਪੰਜਾਬ ਦੀ ਗੱਲ ਕਰਦਾ। ਪੰਜਾਬ ਦੇ ਵਿੱਚ ਪਹਿਲਾਂ ਸਾਨੂੰ ਹਿੰਦੁਸਤਾਨ ਦੇ ਪਤਾ ਨਹੀਂ ਕੌਣ ਲੋਕ ਸੀ, ਜਾਂ ਹਿੰਦੁਸਤਾਨ ਦੀ ਸਰਕਾਰ ਨੇ, ਜਾਂ ਹਿੰਦੁਸਤਾਨ ਦੇ ਕੋਈ ਏਜੰਸੀਆਂ ਜਾਂ ਵਾਟਐਵਰ, ਉਹਨਾਂ ਲੋਕਾਂ ਨੇ ਸਾਨੂੰ ਗਮਰਾਹ ਕਰਕੇ ਸਾਡੇ ਮੁੰਡਿਆਂ ਨੂੰ ਅੱਤਵਾਦੀ ਬਣਾਇਆ। ਸਾਨੂੰ ਬਹੁਤ ਕੁਛ ਕੀਤਾ ਜੀ, ਸਾਡੇ ਨਾਲ ਅੱਜ ਤੱਕ ਹੋ ਰਿਹਾ, ਸਾਨੂੰ ਗਮਰਾਹ ਹੀ ਕੀਤਾ ਗਿਆ। ਪਰ ਉਸ ਅੱਤਵਾਦ ਨੂੰ ਤਾਂ ਅਸੀਂ ਪੰਜਾਬ ਦੇ ਲੋਕਾਂ ਨੇ ਖੁਦ ਹੀ ਖਤਮ ਕਰਤਾ ਜੀ। ਉੱਥੇ ਅਸੀਂ ਖੁਦ ਹੀ, ਜੇ ਅੱਤਵਾਦ ਪੈਦਾ ਹੋਇਆ ਤਾਂ ਅਸੀਂ ਖਤਮ ਵੀ ਖੁਦ ਹੀ ਕੀਤਾ ਉਹਨੂੰ। ਪਰ ਜਿਹੜੀਆਂ ਸਾਨੂੰ ਹੁਣ ਉਹਨਾਂ ਨੇ ਜਿਹੜਾ ਸਾਡੇ 'ਚ ਹੁਣ ਚੀਜ਼ਾਂ ਪੈਦਾ ਕਰਤੀਆਂ ਨਹੀਂ, ਹੁਣ ਉਹਨਾਂ ਨੇ ਸਾਡੇ 'ਚ ਇਹੋ ਜਿਹਾ ਸਿਸਟਮ ਪੈਦਾ ਕਰਤਾ। ਸਭ ਤੋਂ ਪਹਿਲਾਂ ਤਾਂ ਸਾਨੂੰ ਨਸ਼ਿਆਂ ਤੇ ਲਾਤਾ ਜੀ। ਮੇਬੀ 98% ਮੁੰਡੇ ਕਹਿ ਲਓ ਤੇ 60-70% ਕੁੜੀਆਂ ਕਹਿ ਲਓ ਜਿਹੜੇ ਨਸ਼ੇ ਕਰਦੀਆਂ ਪੰਜਾਬ ਦੇ ਵਿੱਚ। ਫਿਰ ਸਾਨੂੰ ਉਹਨਾਂ ਨੇ ਜਿਹੜਾ ਤੁਸੀਂ ਅੱਗੇ ਨਿਊਜ਼ ਦੇ ਕੇ ਗਏ ਸੀਗੇ ਵੀ ਉੱਥੇ ਕਾਨੂੰਨ ਬਣਾਤਾ, ਮੈਂ ਸਮਝਦਾ ਜਿਹੜਾ ਕਾਨੂੰਨ ਵੀ ਉਹਨਾਂ ਲੋਕਾਂ ਦੇ ਇੱਕ ਬਣਾਇਆ ਗਿਆ ਤਰੀਕੇ ਨਾਲ ਵੀ ਇਸ ਪੰਜਾਬ ਟੋਟਲੀ ਖਤਮ ਕੀਤਾ ਜਾਵੇ। ਪਰ ਮੈਂ ਇਹਨਾਂ ਨੂੰ ਲਾਸਟ ਮੇਰਾ ਕੁਐਸਚਨ ਇਹ ਹੈ ਵੀ ਜਿਹੜੇ ਲੋਕ ਆ ਹੁਣ ਸੁਣ ਰਹੇ ਆ, ਤੁਹਾਡਾ ਪ੍ਰੋਗਰਾਮ ਸੁਣ ਰਹੇ ਆ, ਜਿਨ੍ਹਾਂ ਨੂੰ ਤੁਸੀਂ ਦੱਸ ਰਹੇ, ਇਹਨਾਂ ਨੂੰ ਸਾਰਾ ਕੁਝ ਹੀ ਪਤਾ ਵੀ ਹਿੰਦੁਸਤਾਨ 'ਚ ਕੀ ਹੋ ਰਿਹਾ, ਕੀ ਹੋ ਸਕਦਾ। ਕਿੰਨੇ ਵਧੀਆ ਪਹਿਲਾਂ 2 ਕਾਲਰ ਆਏ, ਉਹਨਾਂ ਨੇ ਕਿੰਨੀਆਂ ਵਧੀਆ। ਸਵਾਲ ਕੀ ਹੈ ਜੀ ਤੁਹਾਡਾ? ਸਵਾਲ ਮੇਰਾ ਇਹ ਹੈ ਜੀ ਵੀ ਹੁਣ ਸਾਨੂੰ ਜਿਹੜੇ ਇੱਥੇ ਬੈਠੇ ਲੋਕ ਆ, ਅਸੀਂ ਤਾਂ ਭੁੱਲ ਚੁੱਕੇ, ਅਸੀਂ ਤਾਂ ਕੈਨੇਡੀਅਨ ਸਿਟੀਜ਼ਨ ਬਣ ਚੁੱਕੇ ਆ, ਸਾਡਾ ਤਾਂ ਹਿੰਦੁਸਤਾਨ ਨਾਲ ਕੋਈ ਵਾਸਤਾ ਨਹੀਂ। ਪਰ ਜਿਹੜਾ ਅਸੀਂ ਇਹ ਪ੍ਰੋਗਰਾਮ ਸੁਣ ਰਹੇ ਆ, ਹੁਣ ਅਸੀਂ ਕੈਨੇਡਾ ਦੀ ਸਿਟੀਜ਼ਨਸ਼ਿਪ ਛੱਡ ਕੇ ਹਿੰਦੁਸਤਾਨ ਦੀ ਨਾਗਰਿਕਤਾ ਲਈਏ, ਜਾਂ ਹਿੰਦੁਸਤਾਨ ਦੇ ਵਿੱਚ ਜਾ ਕੇ ਅਸੀਂ ਕੁਰਬਾਨੀਆਂ ਦਈਏ, ਜਾਂ ਅਸੀਂ ਐਨਾ ਹਜ਼ਾਰੇ ਨਾਲ ਰਲੀਏ, ਜਾਂ ਰਾਮਦੇਵ ਨਾਲ ਰਲੀਏ। ਉਹ ਕਿਹੜਾ ਤਰੀਕਾ, ਕਿਹੜਾ ਕਾਰਨ ਹੈ ਜਿਹਦੇ 'ਚ ਅਸੀਂ ਕੀ ਹਿੱਸਾ ਪਾ ਸਕਦੇ ਹਿੰਦੁਸਤਾਨ 'ਚ? ਸਾਨੂੰ ਪਾਉਣਾ ਚਾਹੀਦਾ। ਉਹ ਕਹਿੰਦੇ ਅਸੀਂ ਕੀ ਕੰਟਰੀब्यूट कर सकते हैं, क्या कर सकते हैं हम यहाँ बैठे हुए कनेडियन नागरिक की हैसियत से? ये आप पॉलिटिकल सपोर्ट दे सकते हैं, सोशल सपोर्ट, मॉरल सपोर्ट दे सकते हो कनाडा से। आप अपने प्रतिनिधियों जो है कनाडा में, MLAs जो है, मेंबर्स ऑफ पार्लियामेंट जो है, उनको जो सही स्थिति है वो बता सकता है। क्योंकि कनाडा के लोग अगर बोलते हैं ट्रूथ जो है, सही जो बात है, अगर वो इफ दे स्पीक द ट्रूथ टू द वर्ल्ड कि द करेक्ट सिचुएशन इन इंडिया इज लाइक दिस, even that will be very helpful for people in India. When Binayak Sen or Iram Sharmila जैसे लोगों को गिरफ्तार करता है, you must speak out, speak the truth. That is all that we say for Canadian citizens. Speak the truth. See the real India. Come to India. Send your young children to India. नौजवान लोग अगर इंडिया आएंगे और देखेंगे कि पंजाब में स्थिति क्या है, इंडिया में स्थिति क्या है, they will go to the world. कनाडा के सिटीजन्स अगर बोलते, खुलेआम से बोलते हैं, if they speak the truth, that will help the movement in India, the social movement very much. जसवीर जी, लाइन 1। हाँ जी, नमस्कार जी। नमस्कार। अच्छा जी, मैं तो ये पूछना चाहती हूँ, आपने बोला है कि मनमोहन सिंह एक पावरफुल व्यक्ति हैं
और जे पावरफुल व्यक्ति हैं तो ये सब कुछ आंखों के सामने हो रहा है, उसमें कोई एक्शन लेने में क्या हिचकिचाहट है? हम जो वो हथियार कैसा, जो वो पावर कैसी है कि जो किसी काम में ना आ सके ना। तो हम तो ये समझते हैं, जो बात आपने बोली है पहले मनमोहन सिंह के बारे में, कि मनमोहन सिंह एक रिमोट कंट्रोल वाला एक खिलौना कांग्रेस पार्टी का बनकर रह गए हैं। जब से बने थे ना हमारे प्रधानमंत्री देश के सिख थे, तो हम तो उसी वक्त सोचते थे कि हमारे साथ कोई ना कोई ये इंसाफ होगा कि ये हमारे सरदार लोग हैं, मगर सारे भारत में कुछ ना कुछ हो रहा है। उस पावर को वर्त क्यों नहीं लेते? क्या फायदा है उसका? एक्चुअली ये है कि जो पार्टी है, जो पार्टियां है, कांग्रेस हो या बीजेपी हो, कोई भी हो, वो एक उनका एक तरीका है सोचने का। वो अमीरों की तरफ से सोचता है, गरीब की तरफ से नहीं। जो पीड़ित वर्ग है उनके तरफ से नहीं सोचते, उनके तरफ से कोई ऐसा प्रोग्राम या कार्यक्रम नहीं है उनको ऊपर लाने के लिए। तो ये है हमारा नया सिस्टम इंडिया का। दे डोंट केयर फॉर द पीपल हु आर सफरिंग, दे डोंट केयर। So he is a powerful man. He can change India if he wants to. लेकिन नया modern India, look at modern India. 350 million people are the richest in the world. 800 million people are the poorest in the world. India has become the hunger capital of the world today. There are more poor children and poor people in India than whole of Africa put together. So it is policy, economic policy, social policy. उनका thinking ऐसा है, गलत thinking है. Make the rich richer, make the poor poorer. The thinking ऐसा है, what can we say? This is the new policy of India today. प्रेम सिंह जी, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਇੱਥੇ ਸਭ ਜਿਸ ਤਰ੍ਹਾਂ ਆਪਣੇ ਕਾਲਰ ਨੇ ਇੱਕ ਕੁਐਸਚਨ ਪੁੱਛਿਆ ਸੀਗਾ, ਆਪਣੇ ਇੱਥੇ ਕੈਨੇਡੀਅਨ ਲੋਕ ਕੀ ਕਰ ਸਕਦੇ ਨੇ। ਦੇਖੋ, ਵਰਲਡ ਆਰਗੇਨਾਈਜੇਸ਼ਨ ਜਦ ਵਿਨਾਇਕ ਸਿੰਘ ਦਾ ਗੱਲ ਚੱਲ ਰਹੀ ਸੀ, ਉਦੋਂ ਵੀ ਅਸੀਂ ਪ੍ਰੈਸ ਰਿਲੀਜ਼ ਦੇ ਕੇ ਆਪਣੀ ਆਵਾਜ਼ ਉਠਾਈ ਸੀ। ਜੋ ਵਿਨਾਇਕ ਸਿੰਘ ਨਾਲ ਹੋ ਰਿਹਾ ਹੈਗਾ ਉਹ ਗਲਤ ਹੋ ਰਿਹਾ ਹੈਗਾ। ਸਾਡੀ ਕੋਸ਼ਿਸ਼ ਹੁੰਦੀ ਵੀ ਕਾਲਰ ਵਰਗੇ ਪੜ੍ਹੇ ਲਿਖੇ ਉਸ ਇੰਟੈਲੈਕਟ ਹਿਊਮਨ ਰਾਈਟਸ ਲੋਕਾਂ ਨੂੰ ਇੱਥੇ ਬੁਲਾਈਏ ਕਿ ਅਸੀਂ ਇਹਨੂੰ ਮੂਵਮੈਂਟ ਨੂੰ ਬਿਗਰ ਕਰ ਸਕੇ, ਕਿ ਇੱਕ ਦੂਜੇ ਦੇ ਨਾਲ ਇਕੱਠੇ ਹੋ ਕੇ ਵਰਕ ਕਰ ਸਕੇ। ਦੂਜੀ ਗੱਲ ਐਗਜ਼ਾਮਪਲ ਉਹ ਕੈਨੇਡੀਅਨ ਆਪਾਂ ਕੀ ਕਰ ਸਕਦੇ ਹਾਂ, ਆਪਣੇ ਐਗਜ਼ਾਮਪਲ ਸਾਹਮਣੇ ਪੁਲਰ ਸਾਹਿਬ ਦੀ ਹੈ, ਪ੍ਰੋਫੈਸਰ ਦਵਿੰਦਰਪਾਲ ਪੁਲਰ ਦੀ। ਉਹਨਾਂ ਦੀ ਵਾਈਫ ਇੱਕ ਕੈਨੇਡੀਅਨ ਸਿਟੀਜ਼ਨ ਹੈਗੀ ਆ, ਮੈਂ ਉਹਨਾਂ ਨੂੰ ਮੀਟ ਵੀ ਕੀਤਾ। ਉਹਦੇ ਬਾਰੇ ਵੀ ਇਸ ਵੇਲੇ ਆਪਾਂ ਸਾਰੇ ਬੇਨਤੀ ਕਰਦੇ ਹਾਂ ਵਰਲਡ ਆਰਗੇਨਾਈਜੇਸ਼ਨ। ਅਸੀਂ ਜਦ ਆਟਵਾ ਗਏ ਹੋ ਸੀਗੇ, ਕਾਲਨ ਸਾਹਿਬ ਵੀ ਉੱਥੇ ਸੀਗੇ, ਪਾਰਲੀਮੈਂਟੇਰੀਅਨਸ ਨੂੰ ਫਰੈਂਚ ਅਫੇਅਰਸ ਜੋ ਮਿਨਿਸਟਰ ਹੈਗਾ ਉਹਨਾਂ ਨੂੰ ਪੂਰੀ ਬਰੀਫ ਤਿਆਰ ਕਰਕੇ ਦਿੱਤੀ ਹੈਗੀ ਆ ਵੀ ਉਹ ਜੋ ਪ੍ਰੋਫੈਸਰ ਨਾਲ ਹੋ ਰਿਹਾ ਗਲਤ ਹੋ ਰਿਹਾ ਹੈਗਾ। ਤੁਸੀਂ ਆਪਣੇ ਕੱਲੇ ਐਮਪੀ ਨੂੰ ਈਮੇਲ ਕਰ ਲਓ, ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਈਮੇਲ ਕਰ ਲਓ। ਇੱਕ ਏਡਾ ਵੱਡਾ ਧੱਕਾ ਜੋ 3 ਪੈਨਲ ਜੱਜ ਦਾ ਬੈਂਚ ਸੀਗਾ, ਜਿਨ੍ਹਾਂ ਤੋਂ ਸਭ ਤੋਂ ਮੋਸਟ ਸੀਨੀਅਰ ਜੱਜ ਸੀਗਾ, ਉਹਨੇ ਇੱਕ ਬਿਆਨ ਕੀਤਾ ਵੀ ਇਹਨੂੰ ਬਿਲਕੁਲ ਇਹ ਤੇ ਕੋਈ ਕੇਸ ਹੀ ਨਹੀਂ ਹੋਣਾ ਚਾਹੀਦਾ, ਇਹ ਟੋਟਲੀ ਗਲਤ ਕੇਸ ਬਣਾਇਆ ਗਿਆ। ਸੋ ਤੁਸੀਂ, ਮੈਂ ਅਪੀਲ ਕਰਦਾ, ਇਹ ਜਿਹੜਾ ਪ੍ਰੋਫੈਸਰ ਦਾ ਕੇਸ ਹੈਗਾ, ਸਾਰੇ ਆਪਣੇ MLAs MPs ਨੂੰ ਚਿੱਠੀਆਂ ਲਿਖੋ ਉਹਨਾਂ ਦੇ ਬਾਰੇ। This is Red FM and you are listening to a rebroadcasted program. Please check the full schedule on our website redfm.ca. Red FM Studio 83.1 Harjinder Singh show with Shamalo, Colin Gonzalez ਅਤੇ ਸਾਡੇ ਨਾਲ ਪ੍ਰੇਮ ਵਿਨਿੰਗ ਜੀ WSO ਦੇ ਪ੍ਰੈਜ਼ੀਡੈਂਟ ਹਨ, ਉਹ ਸਟੂਡੀਓ ਦੇ ਵਿੱਚ ਨੇ। ਹਿੰਦੁਸਤਾਨ ਦੇ ਬਾਰੇ, ਖਾਸ ਤੌਰ ਤੇ ਪੰਜਾਬ ਦੇ ਬਾਰੇ, ਬਲੂ ਸਟਾਰ ਦੇ ਮੁਤਲਕ ਉਸੇ ਰੋਸ਼ਨੀ ਦੇ ਵਿੱਚ ਗੱਲਬਾਤ ਚੱਲ ਰਹੀ ਸੀ ਕਿ ਮਨੁੱਖੀ ਹੱਕਾਂ ਦਾ ਕਿਵੇਂ ਹਿੰਦੁਸਤਾਨ 'ਚ ਕਾਣ ਹੋ ਰਿਹਾ ਹੈ। ਕੁਝ ਕਾਲਰ ਸਾਡੇ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਹੇ ਜਿਹੜੇ ਕੋਲਿਨ ਗੰਜ਼ਾਲਸ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਰਤਨ ਜੀ, ਲਾਈਨ 4। ਹਾਈ ਰਤਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਕੁਝ ਗੱਲਾਂ ਤੇ ਤੁਹਾਡੇ ਗੈਸਟ ਨਾਲ ਸਹਿਮਤ ਨਹੀਂ ਹੈਗਾ। ਕੋਈ ਗੱਲ ਨਹੀਂ। ਉਹਨਾਂ ਨੇ ਜਿਵੇਂ ਕਿਹਾ ਪੰਜਾਬ ਦੇ ਵਿੱਚ ਕਰਪਸ਼ਨ ਹੈਗੀ ਆ, ਪੰਜਾਬ ਦੇ ਵਿੱਚ ਲੋਕ ਸੁਸਾਈਡ ਕਰ ਰਹੇ ਹੈਗੇ, ਪੰਜਾਬ 'ਚ ਵਾਟਰ ਟੇਬਲ ਜਾ ਰਿਹਾ ਹੈਗਾ, ਪੰਜਾਬ 'ਚ ਬਹੁਤ ਕੁਝ ਹੋ ਰਿਹਾ। ਦੈਟਸ ਐਵਰੀਥਿੰਗ ਇਜ਼ ਟਰੂ। ਜਿਹੜੀ ਮਿਸ ਗਵਰਨੈਂਸ ਹੈਗੀ ਆ, ਇਹ ਜਿਹੜੀ ਹੈਗੀ ਆ, ਜੇ ਇੱਕ ਆਪਣੇ ਇਹ ਵੀ ਦੱਸਿਆ ਜਾਵੇ ਵੀ ਇਹ ਕਿਸ ਸਕੇਲ ਤੇ ਸਾਰੇ ਇੰਡੀਆ ਦੇ ਵਿੱਚ ਕਿਵੇਂ ਹੈਗੀ ਆ, ਔਰ ਇਹ ਪੰਜਾਬ ਕਿਵੇਂ ਨੰਬਰ ਤੇ ਆਂਦਾ ਹੈਗਾ ਸਟੇਟ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਇਕੱਲੀ ਪੰਜਾਬ 'ਚ ਪ੍ਰੋਬਲਮ ਨਹੀਂ ਹੈਗੀ, ਇਹ ਸਾਰੇ ਇੰਡੀਆ ਦੇ ਵਿੱਚ। ਏਦਾਂ ਸੁਣ ਕੇ ਲੱਗਿਆ ਜਿਵੇਂ ਵੀ ਪੰਜਾਬ ਦੇ ਵਿੱਚ ਹੀ ਇਕੱਲਾ ਸਾਰਾ ਨਹੀਂ, ਉਹ ਤਾਂ ਬਾਕੀ ਆਂਧਰਾ ਦੀ ਵੀ, ਉੜੀਸਾ ਦੀ ਵੀ ਗੱਲ ਦੱਸ ਰਹੇ ਨੇ, ਦੂਸਰੇ ਸੂਬਿਆਂ ਦੀ ਵੀ ਗੱਲ ਉਹਨਾਂ ਨੇ ਕੀਤੀ ਆ। ਕੈਨ ਯੂ ਐਲੈਬੋਰੇਟ? ਤੁਹਾਡੇ ਕੁਐਸਚਨ ਤੇ ਕਮੈਂਟਸ ਜਿਹੜੇ ਨੇ 59193111 ਤੇ ਤੁਸੀਂ ਦੇ ਸਕਦੇ ਹੋ। ਹਾਂਜੀ, ਕੁਐਸਚਨ ਉਹ ਕਹਿੰਦੇ ਵੀ ਮੈਂ ਨਹੀਂ ਸਮਝਦਾ ਕਿ ਇਕੱਲੇ ਪੰਜਾਬ ਦੇ ਵਿੱਚ ਹੀ
समस्यावां ने बाकी हिंदुस्तान के सूबे ये पूरा देश का समस्या है। जैसे मैंने उदाहरण दिया ये छत्तीसगढ़, झारखंड, वेस्ट बंगाल का और अन्य राज्य में सेम सिचुएशन है। करप्शन का जो स्थिति है, हिंसा का जो वायलेंस का जो इशू है, पुलिस ब्रूटैलिटी वगैरह, डिस्क्रिमिनेशन का जो इशू है, पॉवर्टी का इशू ऑल इंडिया इशू है डेफिनेटली। सो नॉट ओनली ऑफ पंजाब, इट इज अ प्रॉब्लम फॉर द होल कंट्री। पर कॉलन जी जो न्यू इंडिया इट्स अ बिजनेस इंडिया, प्रॉस्पेरिटी, ग्रोथ रेट, बाहरले मुल्कों लिए इंडिया जी है बहुत अच्छी मंडी बन रही है। और जदों ये ट्रेड करते हैं ह्यूमन राइट्स का ख्याल नहीं रखा जाता। जिस तरह चीन वाले बुली ने वो कहते जे तुसीं चाइनामैन की गल करनी है, वो स्क्वायर की गल करनी, विद्यार्थियों के कत्ल की गल करनी है, गेट आउट ऑफ हियर, वी डोंट वांट टू डू बिजनेस विद यू। पर हिंदुस्तान की तो इहो जी कोई पॉलिसी नहीं। See, actually, you're right. India is a world power, no doubt. But we want social democratic model जिसमें गरीब और अमीर साथ में रह सकता है. There's a space in India. लेकिन इंडिया का इकोनॉमिक मॉडल ऐसा है कि we have only space for the rich, no place for the poor. और अगर कोई अंतर्राष्ट्रीय ग्रुप अगर इंडिया को क्रिटिसाइज करेगा कि आपका ह्यूमन राइट्स रिकॉर्ड बेकार है, या कोई अगर कहेगा कि सबसे आपके देश में गरीबी बहुत है, मोस्ट पुअर पीपल आर इन योर कंट्री, तो इंडिया सरकार इज वेरी वेरी एंग्री विद दैट. दे डोंट लाइक एनी क्रिटिसिज्म, दे डोंट वांट एनी क्रिटिसिज्म. अगर आप इंडिया के साथ ट्रेडिंग करना चाहेंगे, बिजनेस करना चाहेंगे तो कर सकते हो, but don't talk of human rights. If you talk of human rights, we will not do business with you. That is the dhamki that they are giving people in the world. So internationally, countries are very scared to criticize India. क्योंकि हम ट्रेड करना चाहेंगे, हम बिजनेस करना चाहेंगे. If I criticize India's human rights record, then they will cut off trade, cut off business. They will get angry with me. So that is the situation. India is an international bully, if you like. India and China, क्योंकि 8% ग्रोथ रेट है, 9%, 10% ग्रोथ रेट है. इंडिया एंड चाइना आर बिकमिंग द बुलीज ऑफ द वर्ल्ड. डोंट क्रिटिसाइज, डोंट टॉक, डोंट स्पीक, डोंट टॉक द ट्रूथ ऑल्सो, जस्ट डू बिजनेस. दैट इज द बेस्ट मैसेज. अवतार गिल जी, लाइन 3. हाँ जी खन साहब जी, मैं पहला ਤਾਂ ਕਾਲਜ ਗੰਜਾਲਸ ਉਹਨਾਂ ਦਾ ਵੈਲਕਮ ਕਰਦਾ ਜੀ ਤੇ ਤੁਹਾਡਾ ਧੰਨਵਾਦ ਕਰਦਾ ਇਹਨੂੰ ਲੈ ਕੇ ਆਉਂਦਾ ਜੀ. ਥੈਂਕ ਯੂ. ਬੜੀਆਂ ਕੀਮਤੀ ਗੱਲਾਂ ਇਹਨਾਂ ਨੇ ਕੀਤੀਆਂ ਨੇ ਜੀ, ਤੇ ਸਾਡਾ ਤਾਂ ਸਿਰਫ ਕੰਸਰਨ ਇੰਨਾ ਆ ਵੀ ਸਾਨੂੰ ਇਹ ਗੱਲਾਂ ਸੁਣ ਕੇ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਆ ਵੀ ਅਸੀਂ ਕਿਤੇ ਬਹੁਤ ਥੋੜੇ ਸੀਮਤ ਜਿਹੇ ਘੇਰੇ ਵਿੱਚ ਬੈਠੇ ਤਾਂ ਨਹੀਂ ਸੋਚੀ ਜਾਂਦੇ. ਥਰੂ ਆਊਟ ਇੰਡੀਆ ਸਾਨੂੰ ਸੋਚਣਾ ਚਾਹੀਦਾ. ਔਰ ਮੈਂ ਇਹਨਾਂ ਦੀ ਇਸ ਗੱਲ ਦੀ ਤਾਰੀਫ ਕਰਦਾ ਵੀ ਜਿਹੜੀ ਗੱਲ ਇਹਨਾਂ ਤੋਂ ਰਹਿ ਗਈ ਸੀਗੀ, ਉਹ ਇੱਕ ਭਾਈ ਸਾਹਿਬ ਨੇ ਮਸਲਾ ਉਠਾਇਆ ਤੇ ਇਹਨਾਂ ਨੇ ਬੜੀ ਫਰਾਕ ਦਿਲ ਨਾਲ ਉਸਨੂੰ ਐਕਸੈਪਟ ਕੀਤਾ. ਵੈਸੇ ਤਾਂ ਜਦੋਂ ਇਹਨਾਂ ਨੇ 70% ਦੀ ਗੱਲ ਕਰਤੀ ਸੀਗੀ ਤੇ ਉਹ ਗੱਲ ਉਸ ਆ ਗਈ ਸੀ, ਪਰ ਫਿਰ ਵੀ ਕਿਸੇ ਗੱਲ ਨੂੰ ਮੰਨਣਾ ਔਰ ਕਹਿਣਾ ਬਹੁਤ ਚੰਗੀ ਗੱਲ ਹੈਗੀ ਆ. ਮੈਂ ਪੰਜਾਬ ਦੀ ਮਿਸਾਲ ਇਸ ਕਰਕੇ ਦੇਣੀ ਚਾਹੁੰਦਾ ਵੀ ਜਿਹੜੀ ਗਰੀਬੀ ਦੀ ਗੱਲ, ਜਿਹੜੀ ਉੱਥੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗੱਲ ਜਾਂ ਹੋਰ ਤੋਂ ਬਿਨਾਂ ਅੱਜ ਜੇਕਰ ਤੁਸੀਂ ਪੰਜਾਬ ਦੀ ਗਰੀਬੀ ਦੇਖਣੀ ਹੈ ਤਾਂ ਤੁਸੀਂ ਜਾਓ ਤਾਂ ਉੱਥੇ ਪ੍ਰੋਸਟੀਟਿਊਸ਼ਨ ਦਾ ਧੰਦਾ ਵੇਖੋ ਕਿੰਨੇ ਵੱਡੇ ਪੱਧਰ ਤੇ ਹੋ ਰਿਹਾ ਹੈ. ਇਹ ਨਿਸ਼ਾਨੀ ਇੱਕ ਬਹੁਤ ਵੱਡੀ ਇੱਕ ਸਾਡੇ ਤੇ ਹੈਗੀ ਹੈ ਗਰੀਬੀ ਦੀ ਦੇਖਣ ਦਾ ਇੱਕ ਪੈਮਾਨਾ ਸਾਡੇ ਵਾਸਤੇ. ਔਰ ਇਹ ਬੜੀ ਸਾਡੇ ਵਾਸਤੇ ਦੁੱਖ ਦੀ ਜਿਹੜੀ ਗੱਲ ਹੈਗੀ ਹੈ. ਔਰ ਬਾਕੀ ਸਾਰੇ ਰਾਜਾਂ ਦੇ ਵਿੱਚ ਮੈਂ ਸਮਝਦਾ ਕਿ ਇਹ ਗੱਲ ਬੜੇ ਸਾਨੂੰ ਸਭ ਨੂੰ ਇੱਥੇ ਬਾਹਰ ਬੈਠਿਆਂ ਸੋਚਣੀ ਚਾਹੀਦੀ ਹੈ ਵੀ ਸਮੁੱਚੇ ਹਿੰਦੁਸਤਾਨ 'ਚ ਕੀ ਹੋ ਰਿਹਾ ਤੇ ਕੀ ਹੋਣਾ ਚਾਹੀਦਾ ਹੈ, ਤੇ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਬੇਸ਼ੱਕ ਕਿਸੇ ਵੀ ਰੂਪ 'ਚ ਹੋਵੇ. ਸਾਡਾ ਚੁੱਪ ਰਹਿਣਾ ਹੀ ਸਾਡੇ ਲਈ ਜ਼ਬਰ ਕਰਾਉਣ ਦੇ ਤੁਲ ਹੈ. ਮੈਂ ਇਹ ਗੱਲ ਪਿਛਲੇ ਐਤਵਾਰ ਨੂੰ ਫੰਕਸ਼ਨ ਦੇ ਵਿੱਚ ਵੀ ਕਹੀ ਸੀਗੀ ਕਿ ਅਸੀਂ ਪਿਛਲੇ 15 ਅਗਸਤ ਨੂੰ ਇੱਥੇ ਡਾਕਟਰ ਵਿਨਾਇਕ ਸੇਨ ਤੇ ਆਦਿਵਾਸੀਆਂ ਤੇ ਹੋਰੇ ਹਮਲਿਆਂ ਬਾਰੇ ਜਦੋਂ ਇੱਥੇ ਨਜ਼ਾਰਾ ਕੀਤਾ ਤੇ ਸਾਨੂੰ ਮਾਓਵਾਦੀ ਡਿਕਲੇਅਰ ਕੀਤਾ ਗਿਆ. ਮੈਂ ਇਹ ਗੱਲ ਉਦੋਂ ਵੀ ਐਤਵਾਰ ਕਹੀ ਵੀ ਹੁਣ ਸਾਨੂੰ ਖਾਲਿਸਤਾਨੀ ਡਿਕਲੇਅਰ ਕੀਤਾ ਜਾਊਗਾ, ਪਰ ਸਾਨੂੰ ਅਜਿਹੇ ਸਟਿਗਮਿਆਂ ਤੋਂ, ਇਹੋ ਜਿਹੀਆਂ ਗੱਲਾਂ ਤੋਂ ਡਰਨ ਦੀ ਲੋੜ ਨਹੀਂ. ਸਾਨੂੰ ਮਨੁੱਖੀ ਅਧਿਕਾਰਾਂ ਦੀ ਜਿੱਥੇ ਵੀ ਕਿਤੇ ਵਾਇਲੈਂਸ ਹੋ ਰਹੀ ਹੈ ਉਹਦੇ ਅਗੇਂਸਟ ਸਾਨੂੰ ਬੋਲਣਾ ਚਾਹੀਦਾ ਹੈ. ਔਰ ਵਾਇਲੈਂਸ ਸਰਕਾਰ ਕਰ ਰਹੀ ਹੈ, ਲੋਕ ਨਹੀਂ ਕਰ ਰਹੇ ਜੀ. ਥੈਂਕ ਯੂ. ਸਰ ਧਰਮ ਸਿੰਘ ਜੀ. ਠੀਕ ਹਾਲ ਜੀ. ਹਾਂਜੀ. ਪਹਿਲੀ ਗੱਲ ਲੰਬਾ ਕੀ ਗੱਲ ਕਰਨੀ ਸੀ ਤੇ ਗੱਲ ਮੈਂ ਆਪਣੀ ਕਰਨੀ ਚਾਹੁੰਦਾ ਜੀ. ਆਪਣੇ ਲਾ ਦੇ ਨਾਲ ਰਿਲੇਟਡ ਨੇ ਜਿਹੜੇ ਤੁਹਾਡੇ ਗੈਸਟ ਨੇ. ਇੱਥੇ ਜਿਵੇਂ ਆਪਾਂ ਕਹਿੰਦੇ ਵੀ ਨੌਨ ਵਾਇਲੈਂਸ ਮੂਵਮੈਂਟ ਹੁੰਦੀਆਂ ਜਾਂ ਕੋਈ ਪ੍ਰੋਟੈਸਟ ਹੁੰਦੇ ਨੇ, ਉਹਨਾਂ ਨੂੰ ਵਾਇਲੈਂਸ ਦੇ ਨਾਲ ਬੰਦ ਕਰ ਦਿੱਤਾ ਜਾਂਦਾ ਜਾਂ ਅਪਰੈਸ ਕਰ ਦਿੱਤਾ ਜਾਂਦਾ ਹੈ, ਰਾਈਟ. ਤੇ ਜਿਹੜੀ ਆਰਮਡ ਸਟਰਗਲ ਆ ਉਸ ਨੂੰ ਉਹ ਫਿਰ ਲੋਕਾਂ ਜਿੱਥੇ ਵੀ ਇਸ ਤਰ੍ਹਾਂ ਦੀ ਅਪਰੈਸ਼ਨ ਹੁੰਦੀ ਆ ਉੱਥੇ ਲੋਕੀ ਫਿਰ ਹਥਿਆਰ ਚੱਕਦੇ ਨੇ.
ਤੇ ਜੇ ਇੰਨਾ ਵੈਸਟਰਨ ਕਲਚਰ ਦੇ ਵਿੱਚ ਜਾਂ ਇੱਥੇ ਵੈਸਟਰਨ ਮੀਡੀਆ ਜਾਂ ਇੰਨਾ ਆਪਣੇ ਵੀ ਪੰਜਾਬੀ ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ, ਜੇ ਕੋਈ ਲੋਕੀ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਾਂ ਉਹਨਾਂ ਦੀ ਸਪੋਰਟ ਕਰਦੇ ਆ ਜਾਂ ਮੋਰਲ ਸਪੋਰਟ ਕਰਦੇ ਆ, ਉਹਨਾਂ ਨੂੰ ਕਹਿ ਜਾਂਦਾ ਇਹ ਟੈਰੋਰਿਜ਼ਮ ਦੀ ਗੱਲ ਕਰਦੇ ਨੇ ਜਾਂ ਅੱਤਵਾਦ ਦੀ ਗੱਲ ਕਰਦੇ ਨੇ, ਤਾਂ ਫਿਰ ਉਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਆ? ਇਜ਼ ਇਟ ਰੀਅਲੀ ਟੈਰੋਰਿਜ਼ਮ ਔਰ ਵਾਟ? ਦੂਸਰੀ ਗੱਲ ਇਹ ਮੈਂ ਕਹਿਣੀ ਚਾਹੂੰਗਾ ਵੀ ਜਿਹੜੇ ਆਪਣੇ ਆਮ ਬਿਨਾਂ ਹਥਿਆਰਾਂ ਤੋਂ ਲੜਾਈ ਲੜਦੇ ਲੋਕ ਆ, ਕਿ ਉਹ ਵੀ ਵਾਇਲੈਂਟ ਹੋ ਸਕਦੇ ਨੇ ਤੇ ਹਥਿਆਰਾਂ ਵਾਲੇ ਵੀ ਨੌਨ ਵਾਇਲੈਂਟ ਹੋ ਸਕਦੇ ਨੇ? ਇਜ਼ ਇਟ ਪੋਸੀਬਲ? ਹਾਂਜੀ, ਐਕਸਪਲੇਨ ਇਹੀ ਹੈ ਕਿ ਉਹ ਪੁੱਛਣਾ ਚਾਹੁੰਦੇ ਕਿ ਜੇ ਕੋਈ ਹਥਿਆਰਬੰਦ ਫਰਜ਼ ਕਰੋ ਕੋਲ ਚੱਲ ਰਿਹਾ, ਹੁਣ ਆਦੀਵਾਸੀਆਂ ਦੇ ਹੱਕ ਦੇ ਵਿੱਚ ਜੇ ਕੋਈ ਨੌਜਵਾਨ ਹਥਿਆਰ ਚੁੱਕੇ ਉਹਨਾਂ ਦੀ ਰਾਖੀ ਕਰ ਰਹੇ ਨੇ ਜਾਂ ਸਟਰਗਲ ਕਰ ਰਹੇ ਨੇ, ਜਿਹੜਾ ਉਹਨਾਂ ਦਾ ਸਮਰਥਕ ਹੈ ਉਸ ਨੂੰ ਉਹ ਕਹਿੰਦੇ ਟੈਰਰਿਸਟ ਹੈ। ਕੀ ਨੌਨ ਵਾਇਲੈਂਟ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਵੀ वायलेंट कहा जा सकता है? इस तरह का सवाल है। एक्चुअली इंडिया में जो ह्यूमन राइट्स एक्टिविस्ट है, ह्यूमन राइट्स मूवमेंट, अन्ना हजारे जैसा मूवमेंट, विनायक सेन जैसा मूवमेंट, सोशल मूवमेंट्स, सिविल लिबर्टीज मूवमेंट्स, ऑल आर नॉन वायलेंट, ऑल आर नॉन वायलेंट। ओपनली वी आर नॉन वायलेंट, वी आर नेवर एंगेजिंग, वी नेवर एडवाइज कि आप हथियार लो, आप फाइट करो, जैसे लोग आरोप लगाते हैं कि वी आर ऑलवेज नॉन वायलेंट। I have seen the Sikh community in Canada. It is totally, World Sikh Organization always is saying no violence, no violence, no violence. Yet the government will say, yet some minister will say, कि you are insurgent, you are this, you are that. It is totally non-violent. हमारे पास violence करने का सवाल ही नहीं है. The government is so powerful, the army is so powerful, police is so violent. Violence अगर देखोगे तो हिंसा is coming from the state. The violence is coming from the state every day of our lives. Police station, police beatings, torture, killings, execution, disappearances. The people are not violent. It is a non-violent movement for change. There is no doubt about that. Only the government is stigmatizing. Again and again they will stigmatize this organization. You see one thing, if I speak and say, I want A, I want B, I don't like this, I don't like government, speech is not violence. Even angry speech is legal. Even angry speech is constitutional. Only thing, I cannot take a gun in my hand. Manmohan Singh jab Canada aaya tha, he said, there is extremism among Sikhs in Canada. We must ask Manmohan ji, sir, you are Prime Minister of India, you please tell us, who is taking a gun in his hand? Who is committing a crime? We are not even committing traffic offense. Where are we committing crime? Why did you stigmatize the whole Canadian community? Why did you insult like this? Why did you make such a wrong statement? Who gave you this wrong information? You see, young people will speak. They will want to change India. Young people always speak. Boldly they will speak. But speaking boldly is not a crime. It's not a crime in Canada. It is not a crime in India. That is our democratic right to speak. But we are completely non-violent. We want to make it very clear. Not a single person in our community, in our human rights community, or in the Sikh community, not a single person is promoting violence. Never. So, in closing, what's your remarks? You're very interesting, man. Yeah, I want to say, talk more, but I am time limitation. Yes, sir. I am very impressed by the Sikh community in India. I never knew. जब मैं इंडिया से आया और टोरंटो पहुंच गया, I never knew World Sikh Organization or even outside WSO, the Sikh community was so nicely organized. What a fine community, what social service. I went to the Gurudwaras where there was this blood donation bank and so on. What was your impression? My impression is, that the Sikh community will turn this country into a superpower. What was your impression before when you came? My impression before that was that they are, all separate. Like in India, the Sikh community is not united. You see, it is a different situation in my country. No, what kind of impression you were given in India about the Sikh community living abroad, in Canada particularly? I got the impression that it was a fragmented business community only. They are not involved in social work. They are not involved in nation building. I thought they were just doing business.
making money and doing business, like any entrepreneur, any business community. Were you given the impression that Sikh community is anti-Indian group sitting abroad? No. I don't think in India people have the impression that Sikh community is anti-India. There is government propaganda, I think, but government propaganda will not work. I don't think anybody in India believes that Sikhs in Canada are doing anti-India work. No, I don't think at all. But we felt it is not doing social work, it is a business community. But when I came to Canada, I realized it is not only a business community. It is a leading social organization for social development, nation building, youth development. Mm-hmm. And that is for me a big learning process. Big learning. Inspiration. Thank you very much. I have a limited time. Thank you. I really appreciate your talk. Thank you for the time. June 12 ਨੂੰ 6 ਵਜੇ ਪੰਜਾਬ ਬੈਂਕਟ ਹਾਲ ਦੇ ਵਿੱਚ ਕੋਲਨ ਗੰਜ਼ਾਲਸ ਜੀ ਆਪਣਾ ਭਾਸ਼ਣ ਦੇਣਗੇ. Thank you very much. ਪ੍ਰੇਮ ਸਿੰਘ ਜੀ, thank you. This is Red FM and you are listening to a rebroadcasted program. Please check the full schedule on our website redfm.ca. Red FM ਸੁਣ ਰਹੇ ਸੀ 93.1. ਕੋਲਨ ਗੰਜ਼ਾਲਸ ਜਿਹੜੇ ਕਿ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੇ ਵਕੀਲ ਹਨ ਅਤੇ ਹਿਊਮਨ ਰਾਈਟਸ ਐਕਟਿਵਿਸਟ ਨੇ, ਇੱਥੇ WSO ਦੇ ਸੱਦੇ ਤੇ ਆਏ ਹੋਏ ਨੇ. 12 ਜੂਨ ਨੂੰ ਸ਼ਾਮ ਨੂੰ 6 ਵਜੇ ਉਹ ਆਪਣਾ ਭਾਸ਼ਣ ਦੇ ਰਹੇ ਹਨ, ਜਿਸ ਦੇ ਕੁਝ ਹਿੱਸੇ ਅੱਜ ਤੁਸੀਂ ਇਸ ਪ੍ਰੋਗਰਾਮ 'ਚ ਸੁਣੇ ਨੇ ਅਤੇ ਉਸ ਦਿਨ ਤੁਸੀਂ ਇਹਨਾਂ ਦੀ ਪੂਰੀ ਸਪੀਚ ਸੁਣ ਸਕੋਗੇ.